ਨਾਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ मैं मूर्ख की केतक बात है टूट पराती तरया रे गुरु नानक जिन सुनया देखया से फिर घर भाषण पढ़या रे अनंद गुण निदान गुरु गरीब
ਬੋਲਿਆ ਤੇਰਾ ਥਾਏ ਪਵੈ, ਬੋਲਿਆ ਤੇਰਾ ਥਾਏ ਪਵੈ, ਬੋਲਿਆ ਤੇਰਾ ਥਾਏ ਪਵੈ, ਬੋਲਿਆ ਤੇਰਾ ਥਾਏ ਪਵੈ। ਗੁਰਮੁਖ ਹੋਏ ਕਲਾ, ਗੁਰਮੁਖ ਹੋਏ ਕਲਾ, ਬੋਲਿਆ
ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆਸਾ
ਜਿਹੜੀ ਰੱਖੀ ਜਾਏ, ਭੇਟਾ ਕੀਤੀ ਜਾਏ ਤੇ ਬੋਲਿਆ ਕੀ ਜਾਏ। ਕਿਆ ਸੇਵ ਕਮਾਓ ਫੇਰ ਕੇ ਅੱਗੇ ਰੱਖੀ, ਕੀ ਅੱਗੇ ਰੱਖੀਏ ਭਲਾ। बाबा देखो, एक बोल है, सिर्फ एक बोल निरंकार नालों तोड़दा है, एक बोल निरंकार नाल जोड़दा है। एक बोल दुख पैदा करदा, लड़ाई झगड़ा हो जाता। एक बोल राज तख्त दवा दिंदा। एक बोल सारे संसार के नजदीक चला जाता ते एक बोल संसार के लोगों तो दूर हो जाता। केवल बोल ही है कि जे बोलना आ जाए। पातशाह ने यही केवल बोलना की। परमात्मा हे प्रभु, मैं ये सुनिया सेवा नाल बड़ा रीझदा, पर की लिया के रखो। क्या सेव कमाओ, क्या कह रिझाओ, की कह के तेनू रिझावा। विद कित पावो दरसारे, तेरे दर्शन ते करने ने ते दोनों अवस्था नाल दर्शन होने। भेंट भी करना और बोलना भी। आप आने भेंट करते हैं गुरु की दरगाह के अंदर। भेंट करने तो बाद अरदास में कोई अखर कहने, बादशाह शुक्राना तेरा, मेरे हजूर, मेरे मालिक, तेरा शुक्राना है। तेरिया सभे वस्तुआं दित्तियां जिहड़ियां ने मेरे संसार वास्ते, मेरे परिवार वास्ते, मेरे घर वास्ते बहुत हैं। एक चीज है संत जीवन दी, गुरमुख जीवन दी। गुरमुख जीवन की चीज पता की है? रब दे कोलों केवल इन्ना मंगिया करो जिहड़ा बाबा फरीद साहब कहंदे, दाता मेरी जेब दे अंदर, मेरे घर के डब्बियां दे अंदर, मेरे घर दीयां वस्तुआं दे अंदर, मेरे हत्थां दे अंदर की पा, केवल बरकत पा दो। बरकत, बरकत। सतगुरु जिन्ना दिता है बहुत है, पर बरकत पा दे। इस दे विच दिते होए दे विच बरकत पा दे, भावें वो कख है ते भावें लख। ते जे बरकत नहीं ना, लखां दा खजाना भी इहो जांदा, मिंटों मिंटी उड़दा जांदा। फिर मनुख सिर फड़ के बह जांदा, कहंदा बड़ा खर्चा हो। ते जिहड़े सतपुरख ने, जिन्हां गुरु दे जीवन सपुर्द कर दिता, वो कहते दाता शुक्र है, बरकत पाई दी। महाराज जे तू 10 दिते ने, 100 दिता, 1000 दिता, कि बरकत पा कि ये 1000 जिहड़ा है लखां दे हिसाब दे नाल बन के चले। लख कख ना बन जाए, 1000 लख जरूर बन जाए। हाँ, ओदी बरकत पाए तो सचमुच जिहड़ा है। यही गल सुल्तानपुर साहब के अंदर, मोदी खाने के अंदर दौलत खाने कह दी,
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਪਾਉਣ ਲੈ ਬਾਬਾ ਨਾਨਕ ਤੇਰੇ ਹੱਥ ਬੜੇ ਬਰਕਤਮਈ ਨੇ, ਤੇਰੇ ਬੋਲ ਜਿਹੜੇ ਨੇ ਬੜੇ ਮਰਕਸ ਵਾਲੇ ਨੇ, ਤੇਰੇ ਬੋਲਾਂ ਦੇ ਅੰਦਰ ਬੜੀ ਬਰਕਤ ਹੈ, ਰਸਮਾਂ ਦੇ ਅੰਦਰ ਵੀ ਬਰਕਤ ਹੁੰਦੀ, ਹੱਥਾਂ ਦੇ ਅੰਦਰ ਵੀ ਬਰਕਤ ਹੁੰਦੀ। ਤੇ ਫਿਰ ਦੌਲਤ ਖਾਨ ਨੇ ਪਤਾ ਕੀ ਕਿਹਾ? ਦੌਲਤ ਖਾਨ ਤਾਂ ਬੁੱਝਿਆ ਨਾਨਕ ਹੈ ਬੜ ਸਾਥ। ਗੁਰੂ ਨਾਨਕ ਦੇਵ ਮਹਾਰਾਜ ਨੂੰ ਉਸ ਦਿਨ ਬੁੱਝ ਕੇ ਕਹਿਣ ਲੱਗਾ ਸਾਧੂ ਹੋ ਤੂੰ, ਸਾਧੂ, ਸਾਧੂ ਨਾਲੋਂ ਵੱਡਾ ਲਫ਼ਜ਼ ਕੋਈ ਨਹੀਂ। ਅੰਤਰ ਸਾਧਿਆ ਗਿਆ, ਸੰਸਾਰ ਨੂੰ ਸਾਧਨ ਵਾਸਤੇ ਆਇਆ ਹੈ। ਦੌਲਤ ਖਾਨ ਤਾਂ ਬੁੱਝਿਆ ਨਾਨਕ ਹੈ ਬੜ ਸਾਧ। ਜਿਉਂ-ਜਿਉਂ ਖਰਚਾ ਵਧਿਆ ਤਿਉਂ ਮਹਿਮਾ ਮਹਾ ਅਗਾਧ। ਜਿਉਂ-ਜਿਉਂ ਖਰਚਦਾ ਤਿਉਂ-ਤਿਉਂ ਵੱਧਦਾ ਹੀ ਚਲਾ ਜਾਂਦਾ। ਤੇ ਫਿਰ ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ ਬਾਬੇ ਨਾਨਕ ਦੇ ਤੇ ਦੌਲਤ ਖਾਨ ਪਤਾ ਕੀ ਕਹਿੰਦਾ? ਮੋਸੋ ਭਾਈ ਭੂਲ ਨਾਨਕਾ ਤੂੰ ਬਰਕਤ ਕਾ ਮੂਲ, ਤੂੰ ਬਰਕਤ ਦਾ ਮੁੱਢ ਹੈ, ਤੂੰ ਬਰਕਤ ਦਾ ਮੂਲ ਹੈ। ਸਾਨੂੰ ਹੁਣ ਬਰਕਤ ਦਾ ਵੀ ਸਮਝਾਉਣਾ ਪਏਗਾ। ਅਸੀਂ ਬਚਪਨ 'ਚ ਸਮਝੇ ਜਦੋਂ ਖੇਤੀ ਵੱਢਣੀ, ਬੋਲ ਤਿਆਰ ਹੋਣਾ, ਸਾਡੇ ਬਜ਼ੁਰਗਾਂ ਨੇ ਤੱਕੜ ਲੈ ਕੇ ਆ ਜਾਣਾ, ਤੱਕੜੀ ਛਾਬੜੇ ਔਰ ਤੋਲਣਾ ਪ੍ਰਾਰੰਭ ਕਰ ਦੇਣਾ। ਪਹਿਲਾ ਛਾਬੜਾ ਪਾਣਾ ਇਸ ਪਾਸੇ ਵੱਟਾ ਪਾ ਕੇ ਤੇ ਤੋਲਣ। ਤੇ ਫਿਰ ਪਹਿਲਾਂ ਉਹਨਾਂ ਨੇ ਕੀ ਕਿਹਾ? ਕੀ ਕਹਿਣਾ ਉਹਨਾਂ ਨੇ? ਬਰਕਤ, ਬਰਕਤ ਹੈ। ਪਹਿਲਾ ਛਾਬੜਾ ਪਲਟ ਕੇ ਕਹਿ ਦੇਣਾ ਬਰਕਤ ਹੈ, ਦੂਜਾ ਕਹਿਣਾ ਤੇਰਾ ਹੈ, ਤੇਰਾ ਹੈ, ਤੀਜਾ ਕਹਿਣਾ ਸਤ ਹੈ, ਸਤ ਹੈ। ਉਦੋਂ ਬਾਅਦ ਫਿਰ ਗਿਣਤੀ ਆਰੰਭ ਕਰਨੀ। ਅਸੀਂ ਵੇਖਣਾ ਇਹ ਚੀਜ਼ ਬਚਪਨ 'ਚੋਂ ਸਾਨੂੰ ਇਹ ਸਿਖਾਇਆ ਗਿਆ ਕਿ ਬੱਚਾ ਤੁਹਾਡੇ ਘਰ ਦੇ ਅੰਦਰ, ਤੁਹਾਡੀ ਜੇਬ ਦੇ ਅੰਦਰ ਜੇ ਕੋਈ ਖਜ਼ਾਨਾ ਹੈ ਤਾਂ ਨਾਲ ਦਾ ਕੋਈ ਗਰੀਬ ਹੈ ਜਿਸ ਦੇ ਪਾਸ ਕਿਤਾਬਾਂ ਨਹੀਂ, ਉਹਨੂੰ ਦੇ ਦਿਓ, ਕਿਤਾਬਾਂ ਦਾ ਖਰਚਾ ਦੇ ਦਿਓ। ਇਹ ਮਾਂ ਨੇ ਸਿਖਾਇਆ ਬਚਪਨ 'ਚ ਉਂਗਲ ਪਕੜ ਕੇ। ਔਰ ਦੇਣ ਦੀ ਆਦਤ ਵੀ ਮਾਂ ਨੇ ਪਾਈ। ਮਾਂ ਸਭ ਨਾਲੋਂ ਵੱਡਾ ਖਜ਼ਾਨਾ ਹੈ ਜੀਵਨ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦਿਆਂ ਕਹਿ ਰਹੇ ਨੇ, ਕਿਆ ਸੇਵ ਕਮਾਵੋ, ਕਿਆ ਕਹਿ ਰਜਾਵੋ, ਬਿਲਕਤ ਪਾਵੋ ਅੰਦਰ ਸਾਰੇ। ਦਾਤਾ ਕਿਹੜੇ ਗੁਣਾਂ ਦੇ ਨਾਲ ਤੇਰੇ ਦਰਸ਼ਨ ਹੋਣ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਫੇਰ ਕੇ ਅੱਗਾ ਰੱਖੀ ਹੈ ਜਦ ਦਿਸੈ ਦਰਬਾਰ। ਰੱਖਣਾ ਕੀ ਹੈ? ਪਾਤਸ਼ਾਹ ਕਹਿੰਦੇ ਹਉਮੈ ਛੱਡ ਕੇ ਆ ਜਾ ਤੋ, ਹਉਮੈ ਦਾ ਨਾਲ ਲੈ ਕੇ ਆਈ। ਮਨ ਰੱਖਦੇ ਗੁਰੂ ਕੇ ਦਰ ਦੇ ਉੱਪਰ, ਸਿਰ ਰੱਖਦੇ ਗੁਰੂ ਦੇ ਦਰ ਦੇ ਉੱਪਰ, ਤੇ ਮੂੰਹ ਦੇ ਵਿੱਚੋਂ ਕੇਵਲ ਇੰਨਾ ਕਹਿੰਦੇ ਸਤਿਗੁਰੂ ਤੇਰਾ ਸ਼ੁਕਰ ਹੈ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੋ ਦੇਖਾ ਸਭ। ਜੀਵਨ ਦੇ ਅੰਦਰ ਬਰਕਤਾਂ ਕਿਵੇਂ ਨਹੀਂ ਆਉਣਗੀਆਂ? ਜੀਵਨ ਰੰਗਮਈ ਕਿਵੇਂ ਨਹੀਂ ਹੋਏਗਾ? ਭਰਦਾ ਜਾਏਗਾ ਜੀਵਨ ਜਿਹੜਾ ਹੈ ਮਹਿਮਾ ਦੇ ਨਾਲ। ਹੁਣ ਤੇ ਸਾਡੇ ਪਾਸ ਕੇਵਲ ਇੱਕ ਅੱਖਰ ਰਹਿ ਗਿਆ। ਮੈਂ 2099 ਦੇ ਅੰਦਰ ਜਰਮਨ ਦੇ ਟੂਰ ਤੇ ਆਇਆ ਤੇ ਗੱਲ ਤੇ ਕੇਵਲ ਮਾਇਆ ਦੀ ਗੱਲ ਹੀ ਮੈਂ ਕਰਨ ਲੱਗਾ। ਉਹ ਕਹਿਣ ਲੱਗੇ ਵੀ ਗਿਆਨੀ ਜੀ ਜਿਹੜੇ ਸਨ, ਮੈਨੂੰ ਕਹਿੰਦੇ ਕਿੰਨੇ ਹੋਏ? ਮੈਂ ਕਹਿੰਦੇ ਪਤਾ ਨਹੀਂ, ਪਰ ਤੁਸੀਂ ਆਪੇ ਹੀ ਰੱਖੋ, ਤੁਸੀਂ ਗਿਣਿਓ ਜਿੰਨੇ ਵੀ ਨੇ ਘੱਟ ਵੱਧ ਨੇ। ਉਹਨਾਂ ਇੱਕੋ ਗੱਲ ਕਹੀ, ਕਹਿੰਦੇ ਘੱਟ ਵੱਧ ਨਹੀਂ ਕਹਿਣਾ ਕਦੇ। ਬਾਕੀ ਸਤ ਬਚਨ ਕਹਿੰਦੇ ਰਸਨਾ ਦੇ ਉੱਪਰ ਹਮੇਸ਼ਾ ਕਹਿਣਾ ਬਹੁਤਾ ਹੈ, ਬਹੁਤਾ ਹੈ, ਬਹੁਤ ਹੈ, ਬਹੁਤ ਹੈ। ਤੇ ਕਹਿੰਦੇ ਜਦੋਂ ਫਿਰ ਬਹੁਤ ਬਹੁਤ ਕਹੋਗੇ ਤੇ ਪਤਾ ਕੀ ਹੋਏਗਾ? ਬਹੁਤਾ ਕਹੀਏ ਬਹੁਤਾ ਹੋ, ਬਹੁਤਾ ਕਹਿਣ ਦੇ ਨਾਲ ਬਹੁਤਾ ਬਹੁਤਾ ਹੋ ਜਾਏਗਾ, ਭਰਦਾ ਹੀ ਚਲਾ ਜਾਏਗਾ, ਘਟੇਗਾ ਨਹੀਂ। ਹਜ਼ੂਰ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਕਹਿੰਦੇ ਹਨ, ਕਹਿੰਦੇ ਬਬੀਹੇ ਦੀ ਇਹ ਅਵਸਥਾ ਹੈ ਕਿ ਬਾਬੀਹਾ ਸੱਚੇ ਨਿਰੰਕਾਰ ਨੂੰ ਅਲਾਉਂਦਾ, ਬੋਲਦਾ ਤੇ ਉਹਦਾ ਬੋਲਿਆ ਦਰਗਾਹ ਪ੍ਰਵਾਨ ਹੋ ਜਾਂਦਾ, ਕਿਉਂਕਿ ਉਹ ਬੋਲਦਾ ਹੀ ਅੰਦਰੋਂ ਸੱਚ ਹੈ, ਉਹਨੂੰ ਝੂਠ ਬੋਲਣਾ ਸਿਖਾਇਆ ਜੀ। ਤਾਂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿੱਕਾ ਦਰਗਾਹ ਸੱਚੀ ਦਰਗਾਹ ਦੇ ਅੰਦਰ ਤੇ ਫਿੱਕਾ ਵੀ
नाल जुड़े कोलों ते एक रब तो टुटे कोलों। कहंदा दोवें ही ताकतां ने बड़ियां होंदियां। रब नाल टुटिया आदमी भी जिहड़ा है ना वो क्रोध दा भरिया पिया, वो हंकार दा भरिया पिया, वो जांदे जांदे ऐसा कुछ कह जाएगा, ਉਹਦੇ अंदर वो एनर्जी है, जिस एनर्जी नाल वो गल कहेगा तो बुरा भी हो जाएगा। मैं कहंदी ऐसा होंदा? कहंदा होंदा। एक भले पुरुष के सामने जाना, ਉਹਦੇ सामने हथ जोड़ के सदा सिर नवा लेना, ਉਹਦੀ गल सुननी, अपनी नहीं सुनानी। संत मिले कुछ सुनिया कही, मिले असंत मस्त कर रही है। ते कहते क्योंकि जिहड़ा नाम जपी है ਉਹਦੀ भी रसना कुछ ऐसा ना निकल जाए ताकि ਉਹਦਾ भी पूरा हो जाए। दोनों का ही पूरा होंदा। दोवें ही बड़ियां आत्मक शक्तियां वाले ने, राक्षस भी बड़ी आत्म शक्ति वाला ते जिहड़ा संत है वो भी बड़ी शक्ति वाला। युगां तो दोवां की लड़ाई चलती आ रही है, दोनों ही लड़ते आ रहे हैं। जितया कौन ते हारिया कौन। संत मिले किस सुनिए कहिए, मिले असंत मस्त कर रही है। बाबा बोलना क्या कहिए, बाबा बोलना क्या कहिए, जैसे राम नाम रब रही है। गुण बोलना केवल वो है, नानक बोलन बोलना, दुख छट मंगना सुख, ਇਹ ਵੀ बोलना। नानक पातशाह कहते ਇਹ ਤਾਂ ਝੱਕ ਮਾਰਦਾ ਫਿਰਦਾ, ਇਹ ਫਿਰ ਦੁੱਖ ਵੀ ਛੱਡ ਕੇ ਤੇ ਸੁਖ ਦੀ ਦਾਤ ਮੰਗਦਾ ਹੈ। ਤੇ ਪਾਤਸ਼ਾਹ ਕਹਿੰਦੇ ਸੁਖ ਨਾ ਮੰਗ, ਕੇਵਲ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਇੱਕ ਬੋਲੀ ਮੰਗ ਲੈ, ਸ਼ੁਕਰਾਨਾ ਮੰਗ ਲੈ। ਉਹਦੇ ਦਰ ਦੇ ਉੱਪਰ ਆਪਣੇ ਆਪ ਨੂੰ ਭੇਟ ਕਰਨ ਵਾਸਤੇ ਕੋਈ ਨਾ ਕੋਈ ਵਸਤੂ ਭੇਟ ਕਰਨ ਵਾਸਤੇ ਮੰਗ ਲੈ। ਹਜ਼ੂਰ ਦੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਤੇ ਤੇਰਾ ਜੀਵਨ ਸਫਲਾ ਹੋਵੇਗਾ। ਗੁਰਦੇਵ ਮਹਾਰਾਜ ਬਖਸ਼ਿਸ਼ਾਂ ਕਰਨ, ਬਰਕਤਾਂ ਪਾਉਣ। ਆਪਾਂ ਜੀਵਨ ਦੇ ਅੰਦਰ ਬੱਚਿਆਂ ਨੂੰ ਕੇਵਲ ਇਹ ਤਾਂ ਸਿਖਾ ਦਈਏ, ਦੇਣਾ ਕੋਈ ਚੀਜ਼ ਹੈ। ਪਰਸੋਂ ਹੀ ਭੈਣ ਜੀ ਮੈਨੂੰ ਕਹਿੰਦੀ ਮੈਂ ਬੇਟਾ ਕਦੇ ਪਹਿਲੇ ਹੈ, ਉਹਦੀ ਕਹਿੰਦੀ ਨੌਕਰੀ ਲੱਗੀ ਤੇ ਮੈਂ ਕਿਹਾ ਬੇਟਾ ਪਹਿਲੀ ਨੌਕਰੀ ਦੇ ਵਿੱਚੋਂ ਨਾ ਦਸਵੰਧ ਕੱਢਦੀ। ਕਹਿੰਦੇ ਬੱਚਾ ਹੱਸਣ ਲੱਗ ਪਿਆ, ਕਹਿੰਦੇ ਦਸਵੰਧ ਮੇਰੇ ਕੋਲ ਤੇ ਆਪਣਾ ਹੀ ਕੋਈ ਨਹੀਂ ਹੈਗਾ, ਦਸਵੰਧ ਕਿੱਥੋਂ ਕੱਢਦਾ। मैं क्या तो समझाया नहीं, कह लगी नहीं मैं समझाने की कोशिश की थी पर समझिया नहीं। कहते अजे तो मेरे को ही कुछ नहीं, परमात्मा को की लोड़ है देने की, परमात्मा को की लोड़ है देने की। फिर आप कल के जमाना फिर सुनांगे गुरु रामदास महाराज ने जी गल कही उसनूं याद रखियो ते वो गल का खुलासा आप इन्हां दिनां दे विच कर देना पूरा कि तिस गुर को साधन भोजन पाठ पटंबर बहुविध सत्कर्म संचो तिस पुण्य की फिर तोड़ ना आवे। जिन्हों ने एक कुछ अरबिया उन्होंने घर दे विच फिर टोटा नहीं रह गया, टोटा नहीं रह गया। इस करके ये सतगुरु सानू मां का रूप धारण करके सानू समझा रहे भी यह चीज़ां तुसीं देनियां आओ समाप्ति बोलिया
ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਦਿਲਾ ਭੋਲਿਆ ਸਬਕ ਨੂੰ ਯਾਦ ਕਰ ਲੈ, ਹੋਣਾ ਅੰਤ ਵੇਲੇ ਇਮਤਿਹਾਨ ਹੈ ਓਏ। ਦਿਲਾ ਭੋਲਿਆ ਸਬਕ ਨੂੰ ਯਾਦ ਕਰ ਲੈ, ਹੋਣਾ ਅੰਤ ਵੇਲੇ ਇਮਤਿਹਾਨ ਹੈ ਓਏ। ਭੱਜੀ ਰੇਲ ਦੇ ਵਾਂਗਰਾਂ ਉਮਰ ਜਾਂਦੀ, ਕਿੱਧਰ ਗਿਆ ਏ ਸਮਝ ਧਿਆਨ ਹੈ ਓਏ। ਸੋਚੀ ਗੱਲ ਦੀਵਾਨਿਆਂ ਮਤ ਮਾਰੀ, ਸੋਚੀ ਗੱਲ ਦੀਵਾਨਿਆਂ ਮਤ ਮਾਰੀ। ਤੇ ਜਿੰਨੂੰ ਸਮਝਦਾ ਨਫਾ ਨੁਕਸਾਨ ਹੈ ਓਏ। ਦਇਆ ਸਿੰਘ ਤੂੰ ਸੁਖਣ ਦੇ ਤੀਰ ਛੱਡੀ, ਜਿੱਚਰ ਜਿਸਮ ਦੀ ਕੈਮਾ ਕਮਾਨ ਹੈ ਓਏ। ਜਿੱਚਰ ਜਿਸਮ ਦੀ ਕੈਮਾ ਕਮਾਨ ਹੈ ਓਏ। ਪਹਿਨ ਪੋਸ਼ਾਕ ਪਰੇ ਵਿੱਚ ਗਲੀਆਂ, ਓਏ ਤੂੰ ਵਾਗਰ ਪਈਏ ਬੱਗੇ। ਖਰਾ ਖੋਟਾ ਫਿਰ ਪਰਖਿਆ ਜਾਸੀ, ਜਦ ਪੈ ਸਰਾਪਾ ਅੱਗੇ। ਦੌੜ ਸਲਾਖਾਂ ਤੇ ਲਾਵਣ ਤੈਨੂੰ, ਦੌੜ ਸਲਾਖਾਂ ਤੇ ਲਾਵਣ ਤੈਨੂੰ। ਸੱਟ ਸਿਰੋਂ ਵੇਚ ਵਜੇ ਸਾਈਂ ਬੁੱਲਿਆ ਤੂੰ ਕੌਡੀ ਬਣ ਜਾ। ਤੈਨੂੰ ਵੱਡਾ ਮੋਲ ਨਾ ਲੱਗੇ, ਤੈਨੂੰ ਵੱਡਾ ਮੋਲ ਨਾ ਲੱਗੇ। ਅਪਾਰੇ ਅਪਾਰ ਤੇਰੀ ਮਹਿਮਾ ਮਾਲਕਾ, ਕਥਨੇ ਤੋਂ ਬਾਰੀ ਹੈ। ਸਾਰੇ ਸੰਸਾਰ ਦੇ ਪਰਿਤ ਪਾਲਕਾ, ਲੀਲਾ ਹੀ ਨਿਆਰੀ ਹੈ। ਤੇਰਾ ਤੈਨੂੰ ਗਾਇਆ ਜਨਮ ਸਵਾਰਿਆ, ਤੈਰ ਖਾਈ ਲਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ, ਨਾ ਕੋਈ ਹੋਰ ਕਾਜ ਹੈ। ਅਪਾਰੇ ਅਪਾਰ ਤੇਰੀ ਮਹਿਮਾ ਮਾਲਕਾ, ਕਥਨੇ ਤੋਂ ਬਾਰੀ ਹੈ। ਸਾਰੇ ਸੰਸਾਰ ਦੇ ਪਰਿਤ ਪਾਲਕਾ, ਲੀਲਾ ਹੀ ਨਿਆਰੀ ਹੈ। ਤੇਰਾ ਤੈਨੂੰ ਗਾਇਆ ਜਨਮ ਸਵਾਰਿਆ, ਤੈਰ ਖਾਈ ਲਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ, ਨਾ ਕੋਈ ਹੋਰ ਕਾਜ ਹੈ। ਹਰ ਇੱਕ ਬਾਤ ਤੇਰੀ ਕਾਇਆ ਚਰਜ ਹੈ, ਨਾਹੀ ਬੋਝ ਖੋਲਦਾ। ਪਾਲੀ ਜਾਵੇਂ ਆਪੇ ਆਪਣੇ ਫਰਜ਼ ਹੈ, ਤੇਰਾ ਤਾਂ ਨਹੀਂ ਭੁੱਲਦਾ। ਜੋ ਕਿਵੇਂ ਗਗਨ ਖਲਾਰਿਆ, ਨਾ ਲਗਾਇਆ ਰਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ, ਨਾ ਕੋਈ ਹੋਰ ਕਾਜ ਹੈ। ਲਾਵੇ ਅੰਦਾਜ਼ਾ ਕਿਸ ਤਰ੍ਹਾਂ ਪਰਾਣੀ ਹੈ ਤੇਰੇ ਕਾਰੋਬਾਰ ਦਾ। 2.5 ਗੁਣਾ ਮਿੱਟੀ ਤੋਂ ਵਧੇਰੇ ਪਾਣੀ ਹੈ, ਡੋਬਦਾ ਨਖਾਰਦਾ। ਸੁਮੇਰ ਘੜ ਕੇ ਖਲਾਰਿਆ, ਜੋ ਤੁਲਾਂ ਤੋਂ ਬਾਝ ਹੈ। ਤੇਰਾ ਜਸ ਗਾਉਣ ਲਈ ਜਨਮ
ਤਾਰਿਆ ਨਾ ਕੋਈ ਹੋਰ ਕਾਜ ਹੈ। ਮਿੱਟੀ ਵਿੱਚੋਂ ਉੱਗ ਕੇ ਹਜ਼ਾਰਾਂ ਬੂਟੀਆਂ, ਮਿੱਟੀ ਵਿੱਚੋਂ ਉੱਗ ਕੇ ਹਜ਼ਾਰਾਂ ਬੂਟੀਆਂ ਅਸਰ ਵਿਖਾਉਂਦੀਆਂ, ਰਸ ਵਿੱਚੋਂ ਬਣਦੇ ਜੁੱਤੀ ਕੀ ਟੂਟੀਆਂ ਜੋ ਲੋਕਾਂ ਨੂੰ ਗਵਾਉਂਦੀਆਂ। ਸਕਦਾ ਲਕਾਉਣ ਤੇਰਾ ਪਰਵਾਰ ਹੈ, ਸੁੰਦਰ ਰਿਵਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਦਿਲਾਂ ਚ ਦਲਾਵਰੀ ਸਿਰਾਂ ਚ ਅਕਲਾਂ, ਤੂੰ ਜਿੰਨਾ ਵੀ ਪਾਰਦਾ ਪੂਜਾ ਜੋਗ ਹੋ ਜਾਂਦੀਆਂ ਉਹ ਸ਼ਕਲਾਂ ਜਿਨ੍ਹਾਂ ਤੇ ਮੇਰ ਕਰਦਾ। ਅੱਲਾ ਚ ਬਖਸ਼ ਦੇਵੇ ਗੁਨਾਹਗਾਰਿਆ, ਪਾਲ ਕੇ ਲਿਹਾਜ਼ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਮੁੱਕੇ ਨਾ ਖਜ਼ਾਨਾ ਤੇਰਾ ਦੁੱਖ ਪੀਤ ਗਿਆ, ਮੁੱਕੇ ਨਾ ਖਜ਼ਾਨਾ ਤੇਰਾ ਦੁੱਖ ਪੀਤ ਗਏ। ਲੋਕ ਖਾਈ ਜਾਂਦੇ ਐ ਪਤਾ ਨਹੀਂ ਕਿੰਨੇ ਕੁ ਉਮਰਾਂ ਬਤੀਤ ਗਏ, ਹੋਰ ਆਈ ਜਾਂਦੇ ਐ। ਸਾਰਾ ਵੱਖੋ ਵੱਖਰਾ ਜਗਤ ਖਾਰਿਆ ਇਹੋ ਜਿਹਾ ਰਿਵਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਮੈਕਾਂ ਤੇ ਰੰਗੀਨੀਆਂ ਸੁੰਦਰ ਤਾਈਆਂ ਜੋ ਬਚਪਨ ਜਵਾਨੀਆਂ, ਚੱਖੜ ਹਨੇਰੇ ਅਤੇ ਰੁਸ਼ਨਾਈਆਂ ਜੋ ਮਰਦ ਜਨਾਨੀਆਂ। ਸਭ ਵਿੱਚ ਤੇਰਾ ਹੀ ਹੈ ਨੂਰ ਪਿਆਰਿਆ, ਤੇਰੇ ਤੇ ਹੀ ਨਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਲਾਈਆਂ ਸੰਸਾਰ ਵਿੱਚ ਖੂਬ ਰੰਗਣਾ, ਸੂਰਜ ਤੇ ਚਾਂਦਨੀ, ਮੀਂਹਾਂ ਦਰਿਆਵਾਂ ਅਤੇ ਘਣੇ ਜੰਗਲਾਂ, ਖੇਡ ਤੇ ਆਨੰਦ ਨੇ। ਵੰਡ ਜਾਤ ਕੋਈ ਲੁੱਟ ਕੇ ਵਿਖਾਰਿਆ, ਜੇ ਉਹ ਲੈਂਦਾ ਫਰਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਜਗਤ ਤਮਾਸ਼ਾ ਕੀ ਸੱਚਾਈ ਪਾਤਸ਼ਾਹ ਤੇਰੀ ਤੂੰ ਹੀ ਜਾਣਦਾ, ਭਾਵੇਂ ਹੈ ਲਕਾਈ ਜੋ ਖੁਦਾਈ ਪਾਤਸ਼ਾਹ ਕੋਈ ਨਹੀਂ ਤੇਰੇ ਹਾਣ ਦਾ। ਸਜਣਾ ਤੇ ਕੌਡਾ ਸਦਨਾ ਸੁਧਾਰਿਆ, ਛੋੜ ਇਤਰਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਬੜੇ ਰੰਗ ਵੇਖੇ ਬੋਏ ਆਨੰਦ ਮਾਣੇ ਨੇ, ਬੜੇ ਰੰਗ ਵੇਖੇ ਬੋ ਆਨੰਦ ਮਾਣੇ ਨੇ, ਤੇਰੇ ਰੰਗੀ ਘੁਲ ਕੇ ਰਹਿੰਦੇ ਵੀ ਸਵਾਸ ਤੇਰੇ ਲੇਖੇ ਲਾਣੇ ਨੇ, ਦੌੜੀਏ ਨਾ ਭੁੱਲ ਕੇ। ਤੇਰੇ ਸਦਕਾ ਹੀ ਸਾਡਾ ਸਤਿਕਾਰਿਆ, ਬੇਕਤਾ ਮੁਤਾਜ ਹੈ। ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਰੈ ਗੁਰੂ ਰੂਪ ਪਿਆਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲੇ ਰਸਨਾ ਪਵਿੱਤਰ ਕਰੋ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀਆਂ ਭੈਣਾਂ ਸਾਰੇ ਵੀਰ ਹਮਦਵਾਨ ਹੋ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗ ਹਨ ਉਹਨਾਂ ਗੁਰਮੁਖ ਸੱਜਣਾ ਦੇ, ਉਹਨਾਂ ਗੁਰਮੁਖ ਪਿਆਰਿਆਂ ਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦੀ ਵਿੱਚ ਬੈਠ ਕੇ ਸਤ ਸੰਗਤ ਦਾ ਲਾਹਾ ਲੈ ਰਹੇ ਨੇ। ਕਿਸੇ ਨੇ ਕਬੀਰ ਜੀ ਨੂੰ ਪ੍ਰਸ਼ਨ ਕੀਤਾ, ਸਵਾਲ ਕੀਤਾ, ਕੁਐਸਚਨ ਕੀਤਾ, ਕਬੀਰ ਜੀ ਆਲੋਕ ਜਿਹਨੂੰ ਸਵਰਗ ਕਹਿੰਦੇ ਨੇ, ਬਹਿਸ਼ਤ ਕਹਿੰਦੇ ਨੇ, ਬੈਕੁੰਠ ਕਹਿੰਦੇ ਨੇ, ਉਹ ਕੀ ਵਸਤੂ ਹੈ? कबीर जी कहते ने कह कबीर अब कहे का है, साध संगत बैकुंठ है आह है। आसाध संगत ही स्वर्ग है, साध संगत ही वहशत है, साध संगत ही बैकुंठ है। मेरे हजूर कहते ने सत संगत मिले सो तरिया। ਜਿਹੜਾ ਗੁਰੂ ਨਾਨਕ ਦੀ ਸਤ ਸੰਗਤ ਵਿੱਚ ਆ ਗਿਆ ਉਹਦਾ ਲੋਕ ਵੀ ਸੁਖੀ ਹੋ ਗਿਆ, ਉਹਦਾ ਪਰਲੋਕ ਵੀ ਸੁਖੀ ਹੋ ਗਿਆ।
ਪਰ ਇੱਕ ਗੱਲ ਯਾਦ ਰੱਖਣੀ, ਜਿਹੜਾ ਗੁਰੂ ਨਾਨਕ ਦੀ ਸਤ ਸੰਗਤ ਵਿੱਚ ਆ ਜਾਂਦਾ ਹੈ ਉਹਦੇ ਸਾਹਮਣੇ ਇੱਕ ਨਿਸ਼ਾਨਾ ਵੀ ਹੈ, ਇੱਕ ਮਕਸਦ ਹੈ, ਇੱਕ ਏਮ ਹੈ, ਇੱਕ ਉਦੇਸ਼ ਹੈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਗੁਰੂ ਨਾਨਕ ਦਾ ਦਰਬਾਰ ਹੈ। ਗੁਰੂ ਨਾਨਕ ਦੇ ਦਰਬਾਰ ਵਿੱਚ ਕੋਈ ਉੱਚ ਆਵੇ, ਨੀਚ ਆਵੇ, ਅਮੀਰ ਆਵੇ, ਗਰੀਬ ਆਵੇ, ਬੋਧੀ ਆਵੇ, ਗਿਆਨੀ ਆਵੇ, ਨਾਈ ਆਵੇ, ਸ਼ੀਬਾ ਆਵੇ, ਜੱਟ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ ਜਾਂ ਸਿੱਖ ਦਾ ਵੈਰੀ ਆਵੇ, ਇੱਥੇ ਕਿਸੇ ਨੂੰ ਮਨਾਹੀ ਨਹੀਂ, ਕਿਉਂਕਿ ਗੁਰੂ ਨਾਨਕ ਦਾ ਦਰਬਾਰ ਹੈ। ਗੁਰੂ ਨਾਨਕ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਪਣਾ ਲੋਕ ਪਰਲੋਕ ਸੁਧਾਰ ਰਹੇ ਹੋ। ਆਓ ਇੱਕ ਵਾਰ ਸਾਰੀਆਂ ਭੈਣਾਂ, ਸਾਰੇ ਵੀਰ ਬੇਨਤੀਆਂ ਕਾਗਰ ਕਰੋ ਤੇ ਗੱਜ ਵੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਧਰਮ ਦੇ ਬਾਨੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਅੱਜ ਮੈਂ ਜਦੋਂ ਇਤਿਹਾਸ ਪੜ੍ਹਦਾ ਹਾਂ, ਅਖਬਾਰਾਂ ਪੜ੍ਹਦਾ ਹਾਂ, ਮੇਰਾ ਦਿਲ ਰੋ ਉੱਠਦਾ ਹੈ। ਅੱਜ ਤੁਹਾਡੇ ਵੱਲ ਉਂਗਲ ਕਰਕੇ ਕਿਹਾ ਜਾ ਰਿਹਾ ਹੈ ਕਿ ਆਹ ਸਿੱਖ ਕੇਸਾ ਧਾਰੀ ਹਿੰਦੂ ਨੇ। ਮੈਂ ਤੇ ਹੈਰਾਨ ਹੋ ਜਾਣਾ ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦਾ ਹਾਂ ਕਿ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਕਰਾਰ ਦਿੱਤਾ ਜਾ ਰਿਹਾ ਹੈ। ਤੁਸੀਂ ਨੇ ਖਬਰਾਂ ਪੜ੍ਹੀਆਂ ਹੋਣਗੀਆਂ, ਸੋਸ਼ਲ ਮੀਡੀਆ ਉੱਤੇ ਖਬਰ ਪੜ੍ਹੀ ਹੋਵੇਗੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇੱਕ ਲੀਡਰ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਕਹਿ ਰਿਹਾ ਹੈ ਕਿ ਆਹ ਸਿੱਖ ਕੇਸਾ ਧਾਰੀ ਹਿੰਦੂ ਨੇ। ਪਰ ਕਿਸੇ ਧਾਰਮਿਕ ਲੀਡਰ ਨੇ, ਕਿਸੇ ਸਮਾਜਿਕ ਲੀਡਰ ਨੇ, ਕਿਸੇ ਧਾਰਮਿਕ ਲੀਡਰ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ। ਕਦੀ ਇਤਿਹਾਸ ਪੜ੍ਹੋ, ਹਜ਼ਰਤ ਈਸਾ ਪਾਰਸੀਆਂ ਦੇ ਘਰ ਵਿੱਚ ਪੈਦਾ ਹੋਇਆ, ਉਹਨੇ ਇੱਕ ਵੱਖਰਾ ਧਰਮ ਚਲਾਇਆ, ਈਸਾਈ ਧਰਮ। ਹਜ਼ਰਤ ਮੁਹੰਮਦ ਸਾਹਿਬ ਈਸਾਈਆਂ ਦੇ ਘਰ ਵਿੱਚ ਪੈਦਾ ਹੋਏ, ਉਹਨਾਂ ਨੇ ਇੱਕ ਵੱਖਰਾ ਧਰਮ ਚਲਾਇਆ, ਮੁਸਲਮਾਨ ਧਰਮ। ਕੀ ਗੁਰੂ ਨਾਨਕ ਸਾਹਿਬ ਹਿੰਦੂ ਧਰਮ ਵਿੱਚ ਪੈਦਾ ਹੋ ਕੇ ਸਿੱਖ ਧਰਮ ਨਹੀਂ ਚਲਾ ਸਕਦੇ? ਖਾਲਸਾ ਜੀ, ਸ਼੍ਰੀ ਗੁਰੂ ਨਾਨਕ ਨੇ ਮਹਾਰਾਜ ਸਾਡੇ ਸਿੱਖ ਧਰਮ ਦੇ ਬਾਨੀ ਔਰ ਜਿਨ੍ਹਾਂ ਦਾ ਇਤਿਹਾਸ ਬੜਾ ਅਲੌਕਿਕ ਹੈ। ਮਾਤਾ ਪਿਤਾ ਜਦੋਂ 7 ਸਾਲ ਦੇ ਹੁੰਦੇ ਨੇ, ਇਹਨਾਂ ਸਕੂਲ ਵਿੱਚ ਪੜ੍ਹਨ ਵਾਸਤੇ ਭੇਜਦੇ ਨੇ। ਪੰਡਿਤ ਨੇ ਫੱਟੀ ਦੇ ਉੱਤੇ ਲਿਖਿਆ ਊੜਾ ਐੜਾ ਈੜੀ ਸੱਸਾ। ਨਾਨਕ ਜੀ ਕਹਿਣ ਲੱਗੇ, ਉਸਤਾਦ ਜੀ ਆ ਸੱਸਾ ਤੁਸੀਂ ਨੇ ਲਿਖਿਆ, ਇਹਦਾ ਕੀ ਅਰਥ ਹੈ? ਪੰਡਿਤ ਹਰਦਿਆਲ ਕਹਿਣ ਲੱਗਾ, ਨਾਨਕ ਸੱਸਾ ਸੱਸਾ ਹੈ, ਸੱਸੇ ਦਾ ਕੀ ਅਰਥ ਹੋ ਸਕਦਾ? ਤਾਂ ਨਾਨਕ ਜੀ ਨੇ ਉੱਚੀ ਆਵਾਜ਼ ਦੇ ਨਾਲ ਕਿਹਾ, ਉਸਤਾਦ ਜੀ ਸੱਸੇ ਦਾ ਕੁਛ ਨਹੀਂ ਹੈ, ਸੱਸਾ ਸੋਏ श्रेष्ठ जिन साजी सपना साहिब एक भया सेवत रहे चित जिनका लागा आया तिनका सफर भया। 7 साल की उम्र में गुरु नानक साहब ने पट्टी उचारी, जिन्नी को दुनियावी विद्या से दी गई, एक मौलवी ने कोल पढ़ने वास्ते भेजे है। मौलवी ने भी फट्टी के उत्ते लिखे है अल्फ बे पे ते ते से। नानक जी कह लगे, उस्ताद जी आ तुसा ने जो डंडा बनाया है, अल्फ बनाया है, इहदा की अर्थ है? मौलवी कह लगा, नानक अल्फ अल्फ है, अल्फ का की मतलब हो सकता है? नानक जी के बुल्ला पे मिन्नी की मुस्कुराहट आई, कह लगे, उस्ताद जी अल्फ अल्लाह को याद कर, गफलत मनो विसार, श्वास पलटे नाम बिन त्रेगी जीवन संसार। इहदे कोल भी जिन्नी को दुनियावी विद्या सी दे दी गई। पिता ने सोचा नानक जी को समाजिक रोड नियम च जकड़िए। पंडित जी आए ने, उन्होंने घर विच लेपा पोची की है, हवन करके मंत्र पढ़ के जंजू वट के नानक जी के गल में पाउण लगे।
ਭਰੇ ਸਮਾਜ ਵਿੱਚ ਨਾਨਕ ਜੀ ਨੇ ਪੰਡਤ ਜੀ ਦੀ ਬਾਂਹ ਫੜ ਲਈ। ਕਹਿਣ ਲੱਗੇ ਪੰਡਤ ਜੀ ਠਹਿਰੋ, ਇਸ ਤੋਂ ਪਹਿਲੇ ਕਿ ਜੰਜੂ ਮੇਰੇ ਗਲ ਵਿੱਚ ਪਵੇ ਇੱਕ ਗੱਲ ਦਾ ਜਵਾਬ ਦਿਓ ਕਿ ਇਹ ਜੰਜੂ ਦਾ ਸੰਬੰਧ ਆਤਮਾ ਨਾਲ ਹੈ ਜਾਂ ਸਰੀਰ ਨਾਲ ਹੈ। ਪੰਡਤ ਕੰਬ ਉੱਠਿਆ। 9 ਸਾਲ ਦੀ ਉਮਰ ਵਿੱਚ ਸਮਾਜ ਦਾ ਵਿਰੋਧ ਕਰ ਦੇਣਾ ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਵਿੱਚ ਆਇਆ। ਅੱਜ ਲੋਕ ਜੁਝਾਰੂਆਂ ਦੀਆਂ ਗੱਲਾਂ ਕਰਦੇ ਨੇ, ਸਾਡੀਆਂ ਨਜ਼ਰਾਂ ਵਿੱਚੋਂ ਜੁਝਾਰੂ ਨੇ, ਸਰਕਾਰ ਦੀਆਂ ਨਜ਼ਰਾਂ ਵਿੱਚੋਂ ਅੱਤਵਾਦੀ ਵੱਖਵਾਦੀ ਹੋ ਸਕਦੇ ਨੇ। ਗੁਰੂ ਨਾਨਕ ਵਰਗਾ ਜੁਝਾਰੂ ਅੱਜ ਤੱਕ ਦੁਨੀਆ ਵਿੱਚ ਪੈਦਾ ਨਹੀਂ ਹੋਇਆ। 9 ਸਾਲ ਦੀ ਉਮਰ ਵਿੱਚ ਭਰੇ ਸਮਾਜ ਵਿੱਚ ਪੰਡਤ ਦੀ ਬਾਂਹ ਫੜ ਕੇ ਕਿਹਾ ਪੰਡਤ ਜੀ ਠਹਿਰੋ, ਜਵਾਬ ਦਿੱਤਾ ਜਾਵੇ ਕਿ ਇਸ ਜੰਜੂ ਦਾ ਸੰਬੰਧ ਸਰੀਰ ਨਾਲ ਹੈ ਜਾਂ ਆਤਮਾ ਨਾਲ ਹੈ। ਪੰਡਤ ਕਹਿਣ ਲੱਗਾ ਇਹਦਾ ਸੰਬੰਧ ਆਤਮਾ ਨਾਲ ਹੈ। ਕਹਿੰਦੇ ਫਿਰ ਮੇਰੇ ਗਲ ਵਿੱਚ ਉਹ ਜੰਜੂ ਪਾਓ ਜਿਹੜਾ ਆਤਮਾ ਦੇ ਨਾਲ ਜਾਵੇ। ਆ ਤੁਹਾਡਾ ਪਾਇਆ ਜੰਜੂ ਇਹ ਤੇ ਟੁੱਟ ਜਾਵੇਗਾ, ਭੱਜ ਜਾਵੇਗਾ, ਗਲ ਜਾਵੇਗਾ, ਸੜ ਜਾਵੇਗਾ। ਪੰਡਤ ਨੇ ਕਿਹਾ ਨਾਨਕ ਫਿਰ ਉਹ ਕਿਹੜਾ ਜੰਜੂ ਹੈ ਜਿਹੜਾ ਆਤਮਾ ਦੇ ਨਾਲ ਜਾਵੇ? ਤਾਂ ਨਾਨਕ ਜੀ ਨੇ ਆਖਿਆ ਸੀ ਦਇਆ, ਕਪਾ, ਸੰਤੋਖ, ਸੂਤ, ਜਬ ਗੰਢੀ ਸਤ ਵਟ ਇਹ ਜਨਮ ਜੀ ਕਾ ਹੈ ਤਾਂ ਪਾਂਡੇ ਕਾ ਹੈ। ਤੇਰੇ ਕੋਲ ਇਹੋ ਜਿਹਾ ਕਿ ਨਹੀਂ? ਪਿਤਾ ਨੇ ਸੋਚਿਆ ਜਿਸ ਕੰਮ ਦੇ ਵਿੱਚ ਮੈਂ ਨਾਨਕ ਨੂੰ ਪਾਉਂਦਾ ਹਾਂ ਇਹ ਮੇਰੇ ਵਾਸਤੇ ਉਲਾਂਭੇ ਲੈ ਕੇ ਆ ਰਿਹਾ ਹੈ। ਖੱਤਰੀਆਂ ਦੇ ਮੁੰਡੇ ਵੇਲੇ ਨਹੀਂ ਸੌਂਦੇ, ਇਹਨਾਂ ਨੂੰ ਵਪਾਰ ਵਿੱਚ ਪਾਈਏ। ਇਹਨਾਂ ਦੇ ਮਿੱਤਰ ਬਾਲਾ ਜੀ ਨੂੰ ਬੁਲਾਇਆ। ਬਾਲਾ ਜੀ ਨਾਨਕ ਜੀ ਦੇ ਨਾਲ ਜਾਓ, ਕੋਈ ਸੌਦਾ ਖਰੀਦ ਕੇ ਲਿਆਓ। ਬਟੂਏ ਵਿੱਚੋਂ 20 ਰੁਪਏ ਵੀ ਦਿੱਤੇ। ਬਾਲਾ ਜੀ ਤੇ ਨਾਨਕ ਜੀ ਤੁਰੇ ਜਾ ਰਹੇ ਨੇ। ਅਚਨਚੇਤ ਰਸਤੇ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ। ਬਾਲਾ ਜੀ ਇਹ ਆਵਾਜ਼ ਕਿੱਥੋਂ ਆ ਰਹੀ ਹੈ? ਨਾਨਕ ਜੀ ਠਹਿਰੋ, ਮੈਂ ਅੱਗੇ ਹੋ ਕੇ ਦੇਖਦਾ। ਬਾਲਾ ਜੀ ਕਹਿਣ ਲੱਗੇ ਨਾਨਕ ਜੀ ਸੰਤਾਂ ਦੀ ਮੰਡਲੀ ਹੈ, ਧੂਣੀਆਂ ਧੁਖ ਰਹੀਆਂ ਨੇ, ਕੀਰਤਨ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਕੀਰਤਨ ਦੇ ਨਾਲ ਬੜਾ ਪਿਆਰ ਸੀ। ਕਹਿਣ ਲੱਗੇ ਬਾਲਾ ਜੀ ਇਹ ਦੁਨੀਆ ਦੇ ਕਾਰ ਵਿਹਾਰ ਚੱਲਦੇ ਰਹਿਣੇ ਨੇ, ਚਲੋ ਸੰਤਾਂ ਦੀ ਸੰਗਤ ਕਰੀਏ। ਉੱਥੇ ਆਣ ਕੇ ਬਹਿ ਗਏ ਜਿੱਥੇ ਕੀਰਤਨ ਹੋ ਰਿਹਾ, ਧੂਣੀਆਂ ਧੁਖ ਰਹੀਆਂ ਨੇ, ਭਜਨ ਗਾਏ ਜਾ ਰਹੇ ਨੇ। ਸੰਤਾਂ ਦੇ ਮੁਖੀ ਸੰਤ ਰੇਣਦਾਸ ਦੀ ਅੱਖ ਖੁੱਲੀ। ਸਾਹਮਣੇ 2 ਬਾਲਕ ਬੈਠੇ ਵੇਖੇ। ਬਾਲਕ ਕਿਵੇਂ ਆਉਣਾ ਹੋਇਆ? ਨਾਨਕ ਜੀ ਕਹਿਣ ਲੱਗੇ ਗੁਜ਼ਰ ਰਹੇ ਸਾਂ, ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ, ਅਸੀਂ ਕਿਹਾ ਤੂੰ ਸੰਗਤ ਦੀ ਘਰ ਆਈਏ। ਨਾਨਕ ਸਾਹਿਬ ਨੇ ਪੰਡਤ ਇਸ ਸੰਤ ਨੂੰ ਇੱਕ ਸਵਾਲ ਕੀਤਾ, ਸੰਤ ਜੀ ਆ ਤੁਸੀਂ ਬਿਆਬਾਨ ਜੰਗਲ ਵਿੱਚ ਬੈਠੇ ਜੇ, ਇੱਥੇ ਤੁਹਾਡੇ ਖਾਣ ਪੀਣ ਦਾ ਕੌਣ ਇੰਤਜ਼ਾਮ ਕਰਦਾ ਹੈ? ਸੰਤ ਰੇਣਦਾਸ ਕਹਿਣ ਲੱਗਾ ਨਾਨਕ ਜਿਸ ਪ੍ਰਭੂ ਨੇ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਹੈ ਉਹਨੂੰ ਸਾਡਾ ਫਿਕਰ ਹੈ। ਜਦੋਂ ਸੰਤ ਰੇਣਦਾਸ ਨੇ ਆਹ ਗੱਲ ਕਹੀ ਕਿ ਜਿਸ ਪ੍ਰਭੂ ਨੇ ਇਸ ਦੁਨੀਆ ਵਿੱਚ ਭੇਜਿਆ ਉਹਨੂੰ ਸਾਡਾ ਫਿਕਰ ਹੈ, ਤੇ ਨਾਨਕ ਜੀ ਕਹਿਣ ਲੱਗੇ ਮੈਨੂੰ ਸੱਚੇ ਸੰਤ ਲੱਗਦੇ ਨੇ। ਬਾਲਾ ਜੀ ਇਹ ਮੈਨੂੰ ਸੱਚੇ ਸੰਤ ਲੱਗ ਰਹੇ ਨੇ। ਨਾਨਕ ਜੀ ਨੇ ਹੱਥ ਜੋੜ ਕੇ ਕਿਹਾ ਸੰਤ ਜੀ ਕੋਈ ਮੇਰੇ ਲਾਇਕ ਸੇਵਾ ਹੈ ਤਾਂ ਦੱਸੋ। ਕਹਿੰਦੇ ਵੈਸੇ ਤੇ ਪ੍ਰਭੂ ਦੇ ਚਿੰਤ ਵਿੱਚ ਪ੍ਰਸੰਨ ਬੈਠੇ ਆ, ਅਗਰ ਸੇਵਾ ਕਰਨੀ ਚਾਹੁੰਦੇ ਹੋ ਭੋਜਨ ਛਕਾ ਦਿਓ। ਬਾਲਾ ਜੀ ਕੱਢੋ 20 ਰੁਪਏ। ਬਾਲਾ ਕੰਬ ਗਿਆ, ਕਹਿੰਦਾ ਨਾਨਕ ਜੀ ਪਿਤਾ ਦੇ ਥੱਪੜ ਕੌਣ ਖਾਵੇਗਾ? ਨਾਨਕ ਜੀ ਕਹਿਣ ਲੱਗੇ ਬਾਲਾ ਜੀ ਇਸ ਪਿਤਾ ਦੇ ਥੱਪੜ ਤੇ ਖਾ ਲਵਾਂਗਾ, ਵੱਡੇ ਪਿਤਾ ਦੇ ਥੱਪੜ ਨਹੀਂ ਖਾਦੇ ਜਾਣੇ, ਜਲਦੀ ਕਰੋ। ਬਟੂਏ ਚੋਂ 20 ਰੁਪਏ ਕੱਢੇ,
ਟਿਕਾਣੇ ਦੀ ਮੰਡੀ ਵਿੱਚੋਂ ਰਾਸ਼ਨ ਆਇਆ ਹੈ। ਸਾਰਾ ਦਿਨ ਲੰਗਰ ਚੱਲਿਆ, ਸਾਰਾ ਦਿਨ। ਇਹਨੂੰ ਕਹਿੰਦੇ ਨੇ ਸੇਵਾ। ਅੱਜ ਗੁਰੂ ਨਾਨਕ ਸਾਹਿਬ ਦਾ ਸ਼ਾਹੀ ਝੰਡਾ ਦੁਨੀਆ ਦੇ ਹਰ ਕੋਨੇ ਵਿੱਚ ਝੂਲ ਰਿਹਾ ਹੈ ਤੇ ਉੱਥੇ ਗੁਰੂ ਨਾਨਕ ਦੇ ਸ਼ਾਹੀ ਲੰਗਰ ਵੀ ਚੱਲ ਰਹੇ ਨੇ। ਇਹ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਉਹਦੇ ਵਿਆਜ ਦੇ ਰੂਪ ਵਿੱਚ ਸਾਰੀ ਦੁਨੀਆ ਵਿੱਚ ਲੰਗਰ ਚੱਲ ਰਹੇ ਨੇ। ਲੰਗਰ ਛਕਾ ਕੇ ਘਰ ਵਾਪਸ ਆਏ ਪਿਤਾ ਜੀ ਨੂੰ ਪਤਾ ਲੱਗਾ ਹੈ। ਇੱਧਰ ਭੈਣ ਨਾਨਕੀ ਨੂੰ ਵੀ ਕਿਸੇ ਨੇ ਖਬਰ ਕਰ ਦਿੱਤੀ ਕਿ ਪਤਾ ਲੱਗਾ ਤੇਰਾ ਵੀਰ 20 ਰੁਪਏ ਸਾਧੂਆਂ ਨੂੰ ਖਵਾਇਆ ਤੇ ਪਿਤਾ ਜੀ ਬੜੇ ਗੁੱਸੇ ਵਿੱਚ ਨੇ। ਭੈਣ ਨਾਨਕੀ ਜਾਣਦੀ ਹੈ ਕਿ ਮੇਰੇ ਪਿਤਾ ਦਾ ਸੁਭਾਅ ਕੋਈ ਪੋਥਰਾ ਹੈ, ਕਿਤੇ ਰੱਬ ਵਰਗੇ ਵੀਰ ਨੂੰ ਥੱਪੜ ਨਾ ਪੈ ਜਾਣ। ਭੈਣ ਨਾਨਕੀ ਨੇ ਵੀ ਛੂਟ ਵੱਟ ਲਈ। ਅਜੇ ਭੈਣ 2 ਕਦਮ ਪਿੱਛੇ ਸੀ, ਕੌਣ ਕਰਦੀ ਚਪੇੜ ਨਾਨਕ ਦੇ ਮੁਖ ਤੇ ਮਹਿਤਾ ਕਾਲੂ ਜੀ ਨੇ ਠੋਕ ਦਿੱਤੀ। ਭੈਣ ਨਾਨਕੀ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗੀ ਬਾਬਾ 20 ਰੁਪਈਆਂ ਦੀ ਕੀ ਗੱਲ ਸੀ, ਮੈਂ ਤੇਰੇ 20 ਰੁਪਏ ਮੋੜ ਦਿੰਦੀ ਪਰ ਮੇਰੇ ਰੱਬ ਵਰਗੇ ਵੀਰ ਨੂੰ ਨਹੀਂ ਮਾਰਨਾ। ਪਿਤਾ ਜੀ ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਜਾਣਾ ਚਾਹੁੰਦੀ ਹਾਂ। ਭੈਣ ਨਾਨਕੀ ਆਪਣੇ ਵੀਰ ਨੂੰ ਸੁਲਤਾਨਪੁਰ ਲੈ ਆਈ। ਮੋਦੀ ਖਾਨੇ ਦਾ ਮੋਦੀ ਬਣਾ ਦਿੱਤਾ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਰਾਸ਼ਨ ਦਾ ਡੀਪੂ ਕਹਿੰਦੇ ਹਾਂ। ਇੱਕ ਦਿਨ ਮੇਰੇ ਹਜ਼ੂਰ ਅਨਾਜ ਤੋਲ ਰਹੇ ਨੇ, ਅਕਾਲ ਪੁਰਖ ਦੇ ਨਾਲ ਬਿਰਤੀ ਜੁੜ ਗਈ। ਇੱਕ ਹੈ, ਇੱਕ ਹੈ, ਇੱਕ ਹੈ। ਕਿਸੇ ਨੇ ਆਖਿਆ ਨਾਨਕ ਜੀ ਧਾਰਨਾ 6 ਪੈ ਚੁੱਕੀਆਂ ਨੇ, ਸਤ ਹੈ, ਸਤ ਹੈ, ਸਤ ਹੈ। ਫਿਰ ਕਿਸੇ ਨੇ ਕਿਹਾ ਨਾਨਕ ਜੀ ਧਾਰਨਾ 12 ਪੈ ਚੁੱਕੀਆਂ ਨੇ, ਤੇਰਾ ਤੇਰਾ ਤੇਰਾ, ਮੈਂ ਵੀ ਤੇਰਾ, ਗਾਹਕ ਵੀ ਤੇਰੇ, ਰਾਸ਼ਨ ਵੀ ਤੇਰਾ, ਤੇਰਾ ਤੇਰਾ ਕਰਦੇ ਚਲੇ ਗਏ। ਕਿਸੇ ਨੇ ਆਖਿਆ ਨਾਨਕ ਜੀ ਉੱਜੜ ਜਾਓਗੇ। ਨਾਨਕ ਜੀ ਕਹਿਣ ਲੱਗੇ ਲੋਕੀ ਮੇਰਾ ਮੇਰਾ ਆਖਿਆ ਉੱਜੜਦੇ ਨੇ, ਉਹ ਕਦੀ ਤੇਰਾ ਆਖਿਆ ਵੀ ਕੋਈ ਉੱਜੜ ਸਕਦਾ ਹੈ? ਤੇਰਾ ਤੇਰਾ ਕਰਦੇ ਭੁੱਖੇ ਰਜਾ ਦਿੱਤੇ। ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਉੱਠਦੇ ਨੇ, ਬੇਈ ਨਦੀ ਵਿੱਚ ਟੁੱਬਾ ਲਾਉਂਦੇ ਨੇ, ਇਸ਼ਨਾਨ ਕਰਕੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੇ। ਇੱਕ ਦਿਨ ਮੇਰੇ ਹਜ਼ੂਰ ਨੇ ਟੁੱਬਾ ਲਾਇਆ, ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚ ਗਏ। ਇਤਿਹਾਸਕਾਰ ਲਿਖਦੇ ਨੇ ਕਿ ਮਹਾਂਪੁਰਖਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਵਿੱਚ ਜੋ ਮੋੜ ਆਇਆ ਹੈ, ਸਿੱਖ ਵਿਦਵਾਨਾਂ ਨੇ ਉਹ ਬੇਈ ਨਦੀ ਦਾ ਮੋੜ ਦੱਸਿਆ। ਬੇਈ ਨਦੀ ਵਿੱਚ ਟੁੱਬਾ ਲਾਇਆ, ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚ ਗਏ। ਸ਼ਬਦ ਉਚਾਰਨ ਕੀਤਾ, ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬੈ ਸਰਬ ਸੰਭਾਲੈ। ਉਹ ਦਰ ਕਿਹੋ ਜਿਹਾ ਏ ਜਿੱਥੇ ਬੈਠ ਕੇ ਉਹ ਸਾਰਿਆਂ ਦੀ ਰੱਖਿਆ ਕਰਦਾ ਹੈ। ਅਕਾਲ ਪੁਰਖ ਨੇ ਆਖਿਆ ਨਾਨਕ ਕਿਵੇਂ ਆਉਣਾ ਹੋਇਆ? ਕਹਿਣ ਲੱਗੇ ਸੰਸਾਰ ਚੱਲ ਰਿਹਾ ਹੈ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰੋ। ਅਕਾਲ ਪੁਰਖ ਨੇ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰ ਪ੍ਰਸਾਦ। ਅੱਗੋਂ ਨਾਨਕ ਜੀ ਨੇ ਧੰਨਵਾਦ ਕਰਦਿਆਂ ਆਖਿਆ ਆਦ ਸੱਚ ਜੁਗਾਦ ਸੱਚ ਹੈ ਕਿ ਸੱਚ ਨਾਨਕ ਹੋਸੀ ਵੀ ਸੱਚ। ਮੂਲ ਮੰਤਰ ਦੀ ਦਾਤ ਅਕਾਲ ਪੁਰਖ ਤੋਂ ਮਿਲੀ। ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਮੂਲ ਮੰਤਰ ਗੁਰ ਪ੍ਰਸਾਦ ਤੱਕ ਹੈ। ਕੁਝ ਸੱਜਣ ਕਹਿ ਰਹੇ ਨੇ ਜੀ ਨਾਨਕ ਹੋਸੀ ਵੀ ਸੱਚ ਤੱਕ ਹੈ।
मैं कहना हुन्ना कि बाणी ते जिन्नी पढ़ लवो उन्नी ही थोड़ी है। पर सिख कौम इस विवाद विच नहीं पैना चाहिए, पर सानू सचेत होने की लोड़ है। मैं जिक्र कर रहा इधर सारे सुल्तानपुर विच रौला पै गया, नानक मोदी डूब गए, नानक मोदी डूब गए। आखिरकार 3 दिनों के बाद हजूर बेई नदी विचों निकले ने, नारा बुलंद किया, ना हम हिंदू ना हम मुसलमान। साडे ते गुरु ने कह दिता है, ना हम हिंदू ना हम मुसलमान। ये सानू किवें कह रहे हैं कि तुसीं केसाधारी हिंदू जे। भाई साहब भाई कान सिंह नाभा जी ने एक किताब लिखी है, हम हिंदू नहीं। मैं कहना कि वो किताब हर पंजाबी की घर की शायद लाइब्रेरी की शान होनी चाहिए। पर अफसोस कि अज पंजाबियों को पढ़न का शौक नहीं, इस करके तुहानू केसाधारी हिंदू कहा जा रहा है। वैसे वो कहणगे क्यों ना, क्योंकि असी हिंदुओं के विचों अजे पूरी तरह निकल ही नहीं सके। वर्त असी रखते हैं, श्राद्धां की असी पूजा करते हैं, सप्पां की असी पूजा करते हैं, पिपलों की असी पूजा करते हैं। हिंदुओं विचों तो असी निकले नहीं। ये तुहानू हिंदू केसाधारी हिंदू कहणगे क्यों ना। भाई अगर अपने आप को सिख खवाते हो, गुरु ग्रंथ साहब महाराज की शरण चाहते हो, फिर ये मन बनाओ कि असां दी वक्त नहीं रखनी, असी श्राद्धां नहीं पूजना, केवल ते केवल गुरु ग्रंथ साहब महाराज की सिक्ख्या दे के नतमस्तक होना है। खैर मैं जिक्र कर रहा, महाराज ने नारा बुलंद किया, ना हम हिंदू ना हम मुसलमान। शहर का काजी आया, कहने लगा, नानक अगर तेरिया नजरों में हिंदू मुसलमान एक ने, मसीत में जाके नमाज पढ़ो। हाँ हाँ काजी साहब, नमाज पढ़नी कोई माड़ी गल नहीं, असी नमाज पढ़ांगे। सारे इलाके में ढंडोरा पिट दिता गया कि नानक जी अज मसीत में आउणगे, हो सकता है वो इस्लाम धारण कर लें। इलाके के मोमन इकट्ठे हो गए ने, नानक साहब भी उत्थे पहुंच गए ने। काजी ने कहा, नानक जी नमाज शुरू करिए। हाँ नमाज शुरू की जाए। नमाज शुरू हुई, काजी का मन उड़ारी मार गया। हुण कई बारी बैठे अपना गुरुद्वारे हुंदे आ ते अपना मन घर के कामां विच उड़ारियां मार रहा हुंदा है भी अजे ग्रोसरी भी लियानी है, बच्चों को भी लैके आना है, बच्चों को खिडौण भी लैके जाना है। तरह तरह के मन में सवाल उठते हैं। काजी का मन उड़ारी मार गया, सोचन लगा रात घोड़ी सुईए, बच्ची अजे बछेरी अजे बच्ची है, किते खूह दे विच ना डिग पवे। नवाब दौलत खां वो भी नमाज पढ़ता पढ़ता उसका मन भी उड़ारी मार गया। कहने लगा काबल जाना है, घोड़े खरीदने ने, पैसों का इंतजाम करना है। ते गुरु नानक साहब ताड़ी मार के हंस पे। काजी कहने लगा, नानक एक तो तू नमाज नहीं पढ़ी ते दूजा तू इस्लाम का निरादर कर रही है। नानक साहब कहने लगे, काजी साहब खुदा के घर में खड़े हो, सच बोलिया जे खुदा की नमाज पढ़ रहे सी कि घोड़ी की नमाज पढ़ रहे सी। अखां झुक गईयां, दिल दियां गल्लां बंधियां गईयां। इशारा करके कहना, नवाब साहब पढ़ रहे सी। नवाब साहब खुदा के घर में खड़े हो, सच बोलिया जे खुदा की नमाज पढ़ रहे सी कि काबल च घोड़े खरीद रहे सी। नवाब दियां जदों दिल दियां गल्लां बुझियां गईयां ना, फिर नवाब लोग सारे मोमनां दे सामने आके खड़ गया। कहने लगा, मोमनो बंदे की गल जा बंदा जानता है, जाओ खुदा जानता है। ई नानक खुद खुदा
ਨਮਾਜ਼ ਕਿਵੇਂ ਪੜ੍ਹੀ ਦੀ ਏ। ਇੱਕ ਮਸਜਿਦ ਵਿੱਚ ਖੜ ਕੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਮੋਮਨਾਂ ਨੂੰ ਨਮਾਜ਼ ਅਦਾ ਕਰਨ ਦਾ ਢੰਗ ਇਉਂ ਬਿਆਨ ਕਰ ਰਹੇ। ਸੁਣ ਕੇ ਕਾਲੀ ਦੀ ਗੱਲ ਸਤਿਗੁਰ ਨਾਨਕ ਬੋਲਦੇ, ਸੁਣ ਕੇ ਕਾਲੀ ਦੀ ਗੱਲ ਸਤਿਗੁਰ ਨਾਨਕ ਬੋਲਦੇ। ਗੱਲਾਂ ਨਾਲ ਐਵੇਂ ਪੜੀਆਂ ਜਾਣ ਨਮਾਜ਼ਾਂ, ਗੱਲਾਂ ਨਾਲ ਐਵੇਂ ਪੜੀਆਂ ਜਾਣ ਨਮਾਜ਼ਾਂ। ਸੁਣ ਕੇ ਕਾਲੀ ਦੀ ਗੱਲ ਸਤਿਗੁਰ ਨਾਨਕ ਬੋਲਦੇ, ਸੁਣ ਕੇ ਕਾਲੀ ਦੀ ਗੱਲ ਸਤਿਗੁਰ ਨਾਨਕ ਬੋਲਦੇ। ਗੱਲਾਂ ਨਾਲ ਐਵੇਂ ਪੜੀਆਂ ਜਾਣ ਨਮਾਜ਼ਾਂ, ਗੱਲਾਂ ਨਾਲ ਐਵੇਂ ਪੜੀਆਂ ਜਾਣ ਨਮਾਜ਼ਾਂ। ਤੋਤੇ ਵਾਂਗੂ ਐਵੇਂ ਪੜ ਜੀਭ ਕਸਾਈਏ ਨਾ, ਕਸਾਈਏ ਨਾ। ਤੋਤੇ ਵਾਂਗੂ ਐਵੇਂ ਪੜ ਜੀਭ ਕਸਾਈਏ ਨਾ। ਤੋਤੇ ਵਾਂਗੂ ਐਵੇਂ ਪੜ ਜੀਭ ਕਸਾਈਏ ਨਾ। ਓਏ ਅੱਲਾ ਸੁਣ ਲੈਂਦਾ ਹੈ ਅੰਦਰ ਦੀਆਂ ਆਵਾਜ਼ਾਂ, ਅੱਲਾ ਸੁਣ ਲੈਂਦਾ ਹੈ ਅੰਦਰ ਦੀਆਂ ਆਵਾਜ਼ਾਂ। ਦੀ ਮਸਜਿਦ ਵਿੱਚ ਪੜ੍ਹ ਕਲਮਾ ਹੱਕ ਹਲਾਲ ਦਾ, ਮਨ ਦੀ ਮਸਜਿਦ ਵਿੱਚ ਪੜ੍ਹ ਕਲਮਾ ਹੱਕ ਹਲਾਲ ਦਾ। ਮੌਲਾ ਕਰੇ ਕਬੂਲ ਨਾ ਰਿਸ਼ਵਤ ਦੀਆਂ ਨਿਆਜ਼ਾਂ, ਮੌਲਾ ਕਰੇ ਕਬੂਲ ਨਾ ਰਿਸ਼ਵਤ ਦੀਆਂ ਨਿਆਜ਼ਾਂ। ਸਜਦੇ ਕਰ ਕਰ ਮੱਥੇ ਕੱਸ ਗਏ ਵੱਲ ਮਹਿਰਾਬ ਦੇ, ਸਜਦੇ ਕਰ ਕਰ ਮੱਥੇ ਕੱਸ ਗਏ ਵੱਲ ਮਹਿਰਾਬ ਦੇ। ਸਜਦੇ ਕਰ ਕਰ ਮੱਥੇ ਕੱਸ ਗਏ ਵੱਲ ਮਹਿਰਾਬ ਦੇ। ਮਨ ਅਵਾਰਾ ਕਰਦਾ ਕਾਬਲ ਵਿੱਚ ਪਰਵਾਜ਼ਾਂ, ਮਨ ਅਵਾਰਾ ਕਰਦਾ ਕਾਬਲ ਵਿੱਚ ਪਰਵਾਜ਼ਾਂ। ਦੀ ਸੁਨਤ ਰੋਜੇ ਰੱਖ ਲੈ ਜਦ ਸੱਤ ਵੱਲ ਰੇ, ਧਰਮ ਦੀ ਸੁਨਤ ਰੋਜੇ ਰੱਖ ਲੈ ਜਦ ਸੱਤ ਵੱਲ ਰੇ। ਧਰਮ ਦੀ ਸੁਨਤ ਰੋਜੇ ਰੱਖ ਲੈ ਜਦ ਸੱਤ ਵੱਲ ਰੇ। ਬਾਜੋ ਮੁਰਸ਼ਿਦ ਦੇ ਨਹੀਂ ਖੁੱਲਣਾ ਰੱਬੀ ਆਵਾਜ਼ਾਂ, ਬਾਜੋ ਮੁਰਸ਼ਿਦ ਦੇ ਨਹੀਂ ਖੁੱਲਣਾ ਰੱਬੀ ਆਵਾਜ਼ਾਂ। ਉੱਤੇ ਬੰਗਾ ਦੇਣਾ ਚੜ ਕੇ ਰੋਜ ਮਨਾਰੇ ਤੇ, ਉੱਤੀ ਬੰਗਾ ਦੇਣਾ ਚੜ ਕੇ ਰੋਜ ਮਨਾਰੇ ਤੇ, ਮਨਾਰੇ ਤੇ। ਉੱਤੀ ਬੰਗਾ ਦੇਣਾ ਚੜ ਕੇ ਰੋਜ ਮਨਾਰੇ ਤੇ। ਉਹ ਵੱਜਣਾ ਸੁਰ ਕੀਤੇ ਬਿਨ ਨਹੀਂ ਅੰਦਰ ਦੀਆਂ ਸਾਜ਼ਾਂ, ਵੱਜਣਾ ਸੁਰ ਕੀਤੇ ਬਿਨ ਨਹੀਂ ਅੰਦਰ ਦੀਆਂ ਸਾਜ਼ਾਂ। ਤੇਰੇ ਵਿੱਚ ਅੱਲਾ ਦੀ ਜੋਤ ਦਿਲ ਭਰਾ ਵਸਦੀ ਆ, ਓਏ ਵਸਦੀ ਆ। ਤੇਰੇ ਵਿੱਚ ਅੱਲਾ ਦੀ ਜੋਤ ਦਿਲ ਭਰਾ ਵਸਦੀ ਆ। ਤੇਰੇ ਵਿੱਚ ਅੱਲਾ ਦੀ ਜੋਤ ਦਿਲ ਭਰਾ ਵਸਦੀ ਆ। ਐਵੇਂ ਲੱਭਦਾ ਨਾ ਬਿਲ ਭੁੱਲ ਕੇ ਦੂਰ ਦਰਾਜ਼ਾਂ, ਐਵੇਂ ਲੱਭਦਾ ਨਾ ਬਿਲ ਭੁੱਲ ਕੇ ਦੂਰ ਦਰਾਜ਼ਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਮੋਮਨਾਂ ਨੂੰ ਨਮਾਜ਼ ਅਦਾ ਕਰਨ ਦਾ ਢੰਗ ਦੱਸਿਆ। ਸਾਈਂ ਬੱਲੇ ਸ਼ਾਹ ਕਹਿੰਦਾ ਸਿਰ ਖਾਦਾ ਇਹਨਾਂ ਸੰਖਾਂ ਬਾਂਗਾ, ਸੁਣ ਸੁਣ ਕੇ ਕੰਨ ਪੱਕੇ। ਘਸ ਗਏ ਤਸਵੀਨੇ ਮਨ ਕੇ, ਗਿਣ ਗਿਣ ਪੋਟੇ ਥੱਕੇ। ਕਾਸ਼ੀ ਕਾਬਾ ਮਥੁਰਾ ਮੱਕੇ, ਰਾਜ ਰਾਜ ਖਾਦੇ ਧੱਕੇ। ਬੁੱਲੇ ਸ਼ਾਹ ਜਿਹਨੂੰ ਅੱਖੀਆਂ ਢੂੰਡਣ, ਨਾ ਕਾਸ਼ੀ ਤੇ ਨਾ ਮੱਕੇ। ਗੁਰੂ ਨਾਨਕ ਸਾਹਿਬ ਨੇ ਮੋਮਨਾਂ ਨੂੰ ਉਪਦੇਸ਼ ਕਰਨ ਤੋਂ ਬਾਅਦ ਮਹਾਰਾਜ ਜਗ ਦਾ ਉਧਾਰ ਕਰਨ ਵਾਸਤੇ ਨਿਕਲਣ ਲੱਗੇ ਨੇ। ਇਧਰ ਕਿਸੇ ਨੇ ਆਣ ਕੇ ਭੈਣ ਨਾਨਕੀ ਨੂੰ ਖਬਰ ਕੀਤੀ, ਭੈਣੇ ਪਤਾ ਲੱਗਾ ਹੈ, ਤੇਰਾ ਵੀਰ ਪਰਦੇਸਾਂ ਨੂੰ ਤੁਰ ਚੱਲਿਆ।
ਭੈਣ ਨਾਨਕੀ ਨੇ ਉਸੇ ਵੇਲੇ ਆਪਣੀ ਭਤੀਜਿਆਂ ਨੂੰ ਆਪਣੀ ਉਂਗਲ ਨਾਲ ਲਾਇਆ ਤੇ ਉੱਥੇ ਪਹੁੰਚੀ ਜਿੱਥੋਂ ਗੁਰੂ ਨਾਨਕ ਸਾਹਿਬ ਜਗਤ ਦਾ ਉद्धार ਕਰਨ ਵਾਸਤੇ ਜਾਣ ਲੱਗੇ ਨੇ। ਅਸੀਂ ਵੇਖੋ ਰੋਜ਼ੀ ਰੋਟੀ ਵਾਸਤੇ ਪ੍ਰਦੇਸਾਂ ਵਿੱਚ ਆਏ ਹਾਂ, ਪਰ ਗੁਰੂ ਨਾਨਕ ਸਾਹਿਬ ਪ੍ਰਦੇਸਾਂ ਵਿੱਚ ਗਏ ਨੇ ਇਹ ਉਪਦੇਸ਼ ਦੇਣ ਵਾਸਤੇ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਗੁਰੂ ਨਾਨਕ ਸਾਹਿਬ ਦਾ ਵਿਛੋੜਾ ਮਾਤਾ ਸੁਲੱਖਣੀ ਨੇ 21 ਸਾਲ ਚੱਲਿਆ। 47,000 ਮੀਲ ਲੰਮਾ ਸਫ਼ਰ ਤੈਅ ਕੀਤਾ, 4 ਉਦਾਸੀਆਂ ਕੀਤੀਆਂ। ਕਈ ਇਤਿਹਾਸਕਾਰ ਗੋਰਖ ਹਟਵੀ ਨੂੰ 5ਵੀਂ ਉਦਾਸੀ ਵੀ ਮੰਨਦੇ ਨੇ। ਘਰ ਘਰ ਜਾ ਕੇ ਉਪਦੇਸ਼ ਦੇ ਰਹੇ ਨੇ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਗੁਰੂ ਨਾਨਕ ਸਾਹਿਬ ਵਰਗਾ ਪੀਰ ਪੈਗੰਬਰ ਵਲੀ ਔਲੀਆ ਅੱਜ ਜਦੋਂ ਤੁਰਨ ਲੱਗੇ ਭੈਣ ਨਾਨਕੀ ਪਹੁੰਚ ਗਈ। ਵੀਰ ਜੀ ਪਤਾ ਲੱਗਾ ਪ੍ਰਦੇਸਾਂ ਨੂੰ ਟੁਰ ਚੱਲੇ ਨੇ। ਹਾਂ ਭੈਣ ਜੀ, ਅਕਾਲ ਪੁਰਖ ਨੇ ਸਾਡੇ ਮੋਢਿਆਂ ਉੱਤੇ ਇੱਕ ਭਾਰ ਪਾਇਆ ਹੈ, ਉਹ ਨਿਭਾਉਣਾ ਬਹੁਤ ਜ਼ਰੂਰੀ ਹੈ। ਵੀਰ ਜੀ, ਜਿਸ ਮਾਂ ਪਿਓ ਦੇ ਇਕਲੌਤੇ ਪੁੱਤਰ ਜੇ ਕੀ ਉਹ ਜਿਉਂਦੇ ਰਹਿ ਜਾਣਗੇ? ਜਿਸ ਸੁਆਣੀ ਦੇ ਕੰਧ ਜੇ ਕੀ ਉਹਦੀਆਂ ਲੋਹਾਂ ਖੁੱਲ ਕੇ ਗਲ ਵਿੱਚ ਨਹੀਂ ਪੈ ਜਾਣਗੀਆਂ? ਜਿਸ ਭੈਣ ਦੇ ਕੋਈ ਕਬੀਰ ਜੇ ਕੀ ਉਹ ਭੈਣ ਜਿਉਂਦੀ ਰਹਿ ਜਾਏਗੀ? ਭੈਣ ਜੀ, ਸਾਨੂੰ ਮਾਇਆ ਮੋਹ ਦੇ ਜਾਲ ਵਿੱਚ ਫਸਾਉਣ ਦਾ ਯਤਨ ਨਾ ਕਰੋ। ਤੁਰਨ ਤੋਂ ਪਹਿਲੇ ਭੈਣ ਨਾਨਕੀ ਦੇ ਆਪਣੇ ਵੀਰ ਦੇ ਨਾਲ ਕੁਝ ਸਵਾਲ ਜਵਾਬ, ਗੱਲਾਂ ਬਾਤਾਂ, ਉੱਤਰ ਪ੍ਰਸ਼ਨ ਐ ਹੋਵੇ। ਜਦੋਂ ਸਤਿਗੁਰੂ ਨਾਨਕ ਨੇ ਏਮਨਾਬਾਦ ਨੂੰ ਕਰੀ ਤਿਆਰੀ, ਫੜ ਪੱਲਾ ਸਤਿਗੁਰ ਦਾ, ਖੜ ਗਈ ਨਾਨਕ ਭੈਣ ਪਿਆਰੀ, ਵਿਛਾਈ ਫਕੀਰਾ, ਛੱਡ ਨਿੱਕੀਆਂ ਬਾਲਾਂ ਨੂੰ, ਕਿੱਥੇ ਚੱਲਿਆ ਨਾਨਕ ਵੀਰਾ, ਛੱਡ ਨਿੱਕੀਆਂ ਬਾਲਾਂ ਨੂੰ, ਕਿੱਥੇ ਚੱਲਿਆ ਨਾਨਕ ਵੀਰਾ। ਮੈਂ ਰੋਕਣ ਚੱਲਿਆ ਵਗਦੀਆਂ ਜੋੜ ਜ਼ੁਲਮ ਦੀਆਂ ਵਾਈ, ਪਾਣੀ ਚੱਲਿਆ ਜਾਵਣ ਨਾ, ਸੁਣ ਕੇ ਮਜਲੂਮਾਂ ਦੀਆਂ ਧਾਈ ਰਹੇ ਨਜ਼ਰ ਥੱਲਿਆ। ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ। ਜਦੋਂ ਸਤਿਗੁਰੂ ਨਾਨਕ ਨੇ ਏਮਨਾਬਾਦ ਨੂੰ ਕਰੀ ਤਿਆਰੀ, ਫੜ ਪੱਲਾ ਸਤਿਗੁਰ ਦਾ, ਖੜ ਗਈ ਨਾਨਕ ਭੈਣ ਪਿਆਰੀ, ਵਿਛਾਈ ਫਕੀਰਾ, ਛੱਡ ਨਿੱਕੀਆਂ ਬਾਲਾਂ ਨੂੰ, ਕਿੱਥੇ ਚੱਲਿਆ ਨਾਨਕ ਵੀਰਾ, ਛੱਡ ਨਿੱਕੀਆਂ ਬਾਲਾਂ ਨੂੰ, ਕਿੱਥੇ ਚੱਲਿਆ ਨਾਨਕ ਵੀਰਾ। ਮੈਂ ਰੋਕਣ ਚੱਲਿਆ ਵਗਦੀਆਂ ਜੋੜ ਜ਼ੁਲਮ ਦੀਆਂ ਵਾਈ, ਪਰ ਚੱਲਿਆ ਜਾਵਣ ਨਾ, ਸੁਣ ਕੇ ਮਜਲੂਮਾਂ ਦੀਆਂ ਧਾਈ ਰਹੇ ਨਜ਼ਰ ਥੱਲਿਆ। ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ। ਤੇਰੇ ਦੋਹਾਂ ਬਾਲਾਂ ਨੇ ਬਾਪੂ ਬਾਪੂ ਕਹਿ ਕਰਾਉਣਾ, ਤੇਰੇ ਦੋਹਾਂ ਬਾਲਾਂ ਨੇ ਬਾਪੂ ਬਾਪੂ
ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ। ਹੁਣ ਵੀਰਾ ਚੱਲਿਆ ਏ ਤੇ ਛੇਤੀ ਫੇਰ ਪਰਤ ਕੇ ਆਈ। ਹੁਣ ਵੀਰਾ ਚੱਲਿਆ ਏ ਛੇਤੀ ਫੇਰ ਪਰਤ ਕੇ ਆਵੀਂ। ਅੱਖੀਆਂ ਨਿਤ ਤਰਸਣ ਨਾ ਮਾਂ ਦੇ ਠੰਡ ਕਾਲ ਨੇ ਪਾਵੇਂ ਦਿਲੀ ਅਮੀਰਾ। ਛੱਡ ਨਿੱਕੀਆਂ ਬਾਲਾਂ ਨੂੰ ਕਿੱਥੇ ਚਲਿਆ ਨਾਨਕ ਵੀਰਾ। ਛੱਡ ਨਿੱਕੀਆਂ ਬਾਲਾਂ ਨੂੰ ਕਿੱਥੇ ਚਲਿਆ ਨਾਨਕ ਵੀਰਾ। ਸੂਰਤ ਨਰਲੇ ਪਦੋਵੇਂ ਦੌੜਗੇ ਭਰਿਆ ਵਿੱਚ ਦਵਾਨਾ, ਜੱਸ ਹਰ ਕਾ ਗਾਵਣ ਲਈ ਮੇਰੇ ਨਾਲ ਬਾਲਾ ਮਰਦਾਨਾ ਸਾਥੀ ਰਲਿਆ। ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ। ਭੈਣ ਨਾਨਕੀ ਨੇ ਆਪਣੇ ਵੀਰ ਨੂੰ ਰੋਕਣ ਦਾ ਬੜਾ ਯਤਨ ਕੀਤਾ ਹੈ, ਲੇਕਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਭੈਣ ਦੀ ਕੋਈ ਗੱਲ ਨਹੀਂ ਮੰਨੀ। ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਦਾ ਉद्धार ਕਰਨ ਵਾਸਤੇ ਨਿਕਲ ਗਏ ਔਰ ਘਰ ਘਰ ਜਾ ਕੇ ਉਪਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਸਨ 3 ਉਪਦੇਸ਼ ਦਿੱਤੇ ਔਰ 3 ਹੀ ਉਪਦੇਸ਼ ਸਾਡੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੇ ਸੀ। ਉਹਨਾਂ ਕਿਹਾ ਸੀ ਪੂਜਾ ਕਾਲ ਦੀ, ਪਰਚਾ ਸ਼ਬਦ ਦਾ ਔਰ ਦੀਦਾਰ ਖਾਲਸੇ ਦਾ। ਸਿੱਖ ਇਤਿਹਾਸ ਬੜਾ ਸਵਾਦਲਾ ਹੈ, ਬੜਾ ਦਰਦਨਾਕ ਵੀ ਹੈ। ਕੱਲ੍ਹ ਨੂੰ ਇਤਿਹਾਸ ਦਾ ਇੱਕ ਹੋਰ ਪੰਨਾ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਸਾਰੀਆਂ ਸੰਗਤਾਂ ਵੱਲੋਂ ਬੇਨਤ ਕੀਰਤਨ ਭੇਟ ਮਾਇਆ ਅਰਦਾਸ। ਸਤਿਗੁਰੂ ਸਾਰਿਆਂ ਦੇ ਨਾਮ ਜਾਣੇ ਜਾਣ ਹਨ। ਮਹਾਰਾਜ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੇ ਰੋਤਾ ਚਰਨਾਂ ਦੀ ਪ੍ਰੀਤੀ, ਨਾਮ ਬਾਣੀ ਚਲੇ ਅੰਮ੍ਰਿਤ ਵੇਲੇ ਦੀ ਜਾਗਣੀ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਆਓ ਬਿਰਤੀਆਂ ਕਾਗਰ ਕਰੋ। ਈਸ਼ਰ ਸਿੰਘ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਪੜ੍ਹਨਗੇ। ਸਾਰੀਆਂ ਸੰਗਤਾਂ ਇੱਕ ਵਾਰੀ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ।